Hello everyone, my name is Devinder Singh, SST Master at Government High School Kot Mehta, Raiya 1 District Amritsar. Today we discuss a very important chapter named India's Size and Location. ਪਿਆਰੇ ਵਿਦਿਆਰਥੀਓ, ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਪਾਠ ਇੰਡੀਆ ਸਾਈਜ਼ ਐਂਡ ਲੋਕੇਸ਼ਨ ਨੂੰ ਡਿਸਕਸ ਕਰਾਂਗੇ। ਭਾਰਤ ਆਕਾਰ ਅਤੇ ਸਥਿਤੀ। NTSC ਐਗਜ਼ਾਮੀਨੇਸ਼ਨ ਦੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਇਹ ਪਾਰਟ ਬਹੁਤ ਹੀ ਇੰਪੋਰਟੈਂਟ ਹੈ। ਇਸ ਚੈਪਟਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਪੜ੍ਹਾਂਗੇ। ਉਸ ਤੋਂ ਅੱਗੇ ਅਸੀਂ ਭਾਰਤ ਦੀ ਸਥਿਤੀ ਲੋਕੇਸ਼ਨ ਆਫ ਇੰਡੀਆ ਨੂੰ ਡਿਸਕਸ ਕਰਾਂਗੇ। ਇਸ ਦੇ ਵਿੱਚੋਂ ਜੋ ਮਹੱਤਵਪੂਰਨ ਪ੍ਰਸ਼ਨ ਬਣਦੇ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਉਸ ਤੋਂ ਅੱਗੇ ਅਸੀਂ ਭਾਰਤ ਅਕਸ਼ਾਂਸ਼ ਅਤੇ ਦੇਸ਼ਾਂਤਰ, ਇੰਡੀਆ ਲੈਟੀਟਿਊਡ ਐਂਡ ਲੌਂਗੀਟਿਊਡ, ਇਸ ਨੂੰ ਅਸੀਂ ਡਿਸਕਸ ਕਰਾਂਗੇ, ਚੰਗੀ ਤਰ੍ਹਾਂ ਸਮਝਾਂਗੇ। ਉਸ ਤੋਂ ਅੱਗੇ ਭਾਰਤ ਸੰਸਾਰ ਵਿੱਚ, ਇੰਡੀਆ ਇਨ ਦਾ ਵਰਲਡ, ਇਸ ਨੂੰ ਅਸੀਂ ਪੜ੍ਹਾਂਗੇ, ਇਹ ਵੀ ਬਹੁਤ ਇੰਪੋਰਟੈਂਟ ਸੈਕਸ਼ਨ ਹੈ। ਉਸ ਤੋਂ ਅੱਗੇ ਅਸੀਂ ਪੜ੍ਹਾਂਗੇ ਭਾਰਤ ਦਾ ਅੰਤਰਰਾਸ਼ਟਰੀ ਵਪਾਰ, ਦਾ ਇੰਟਰਨੈਸ਼ਨਲ ਟਰੇਡ ਆਫ ਇੰਡੀਆ, ਇੰਡੀਆ ਦਾ ਕਿਹੜੇ ਦੇਸ਼ਾਂ ਦੇ ਨਾਲ ਵਪਾਰ ਹੁੰਦਾ, ਇਸ ਨੂੰ ਵੀ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਉਸ ਤੋਂ ਅੱਗੇ ਭਾਰਤ ਰਾਜਨੀਤਿਕ ਪ੍ਰਬੰਧ, ਇੰਡੀਅਨ ਪੋਲੀਟੀਕਲ ਐਡਮਿਨਿਸਟ੍ਰੇਸ਼ਨ, ਇਸ ਨੂੰ ਅਸੀਂ ਡਿਸਕਸ ਕਰਾਂਗੇ। ਫਿਰ ਜੋ ਲਾਸਟ ਦੇ ਵਿੱਚ ਤੁਹਾਡੇ ਮਹੱਤਵਪੂਰਨ ਸਮਰੀ ਸੰਖੇਪ ਸਾਰ, ਇਸ ਨੂੰ ਡਿਸਕਸ ਕਰਾਂਗੇ। ਜੋ ਮਹੱਤਵਪੂਰਨ ਅਭਿਆਸ ਦੇ ਕੁਐਸਚਨ ਆਨਸਰ ਹੋਣਗੇ ਉਸ ਨੂੰ ਵੀ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਪਿਆਰੇ ਵਿਦਿਆਰਥੀਓ, ਇਹ ਜੋ ਚੈਪਟਰ ਹੈ ਕਾਫੀ ਲੈਂਥੀ ਹੈ। ਇਸ ਨੂੰ ਅਸੀਂ ਕਈ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਪੜ੍ਹਾਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣ ਪਛਾਣ ਭਾਰਤ ਦੇ ਬਾਰੇ, ਉਸ ਤੋਂ ਅੱਗੇ ਭਾਰਤ ਦੀ ਸਥਿਤੀ ਲੋਕੇਸ਼ਨ ਆਫ ਇੰਡੀਆ, ਇਸ ਨੂੰ ਡਿਸਕਸ ਕਰਾਂਗੇ, ਅਤੇ ਭਾਰਤ ਅਕਸ਼ਾਂਸ਼ ਅਤੇ ਦੇਸ਼ਾਂਤਰ, ਇਹਨਾਂ ਅਸੀਂ ਪੁਆਇੰਟਸ ਨੂੰ ਚੰਗੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਸਮਝਾਂਗੇ। ਚਲੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਭਾਰਤ ਆਕਾਰ ਅਤੇ ਸਥਿਤੀ, ਇੰਡੀਆ ਸਾਈਜ਼ ਐਂਡ ਲੋਕੇਸ਼ਨ। ਸਭ ਤੋਂ ਪਹਿਲਾਂ ਜਾਣ ਪਛਾਣ ਇੰਟਰੋਡਕਸ਼ਨ ਇੰਡੀਆ ਦੇ ਬਾਰੇ। ਇਸ ਦੇ ਵਿੱਚੋਂ ਵੀ ਕਾਫੀ ਮਹੱਤਵਪੂਰਨ ਜੋ ਪ੍ਰਸ਼ਨ ਹੈ ਬਣਦੇ ਹਨ। ਭਾਰਤ ਗਣਰਾਜ ਵਿਸ਼ਾਲ ਭੂਗੋਲਿਕ ਵਿਸਤਾਰ ਵਾਲਾ ਵੱਡਾ ਦੇਸ਼ ਹੈ। ਅਫੀਸ਼ੀਅਲ ਨੇਮ ਇੰਡੀਆ ਦੇ ਕੀ ਆ? ਭਾਰਤ ਗਣਰਾਜ, ਦਾ ਰਿਪਬਲਿਕ ਆਫ ਇੰਡੀਆ, ਜੋ ਕਿ ਕਾਫੀ ਜ਼ਿਆਦਾ ਵੱਡਾ ਦੇਸ਼ ਹੈ, ਵਿਸ਼ਾਲ ਦੇਸ਼ ਹੈ। ਆਕਾਰ ਪੱਖੋਂ ਇਹ ਦੁਨੀਆ ਦਾ 7ਵਾਂ ਵੱਡਾ ਦੇਸ਼ ਹੈ। ਜੇਕਰ ਅਸੀਂ ਸਾਈਜ਼ ਦੇ ਅਕੋਰਡਿੰਗ ਦੇਖੀਏ ਤਾਂ ਭਾਰਤ ਦੁਨੀਆ ਦੇ ਵਿੱਚ 7ਵਾਂ ਸਥਾਨ ਰੱਖਦਾ ਹੈ। ਇਹ ਕੁਐਸਚਨ ਬਣਦਾ ਹੈ ਕਿ ਸਾਈਜ਼ ਦੇ ਅਕੋਰਡਿੰਗ ਭਾਰਤ ਵਿਸ਼ਵ ਦੇ ਵਿੱਚ ਕਿਹੜਾ ਸਥਾਨ ਰੱਖਦਾ ਹੈ। ਜਦੋਂ ਕਿ ਜਨਸੰਖਿਆ ਦੇ ਲਿਹਾਜ਼ ਨਾਲ ਚੀਨ ਤੋਂ ਬਾਅਦ ਦੂਸਰਾ ਵੱਡਾ ਦੇਸ਼ ਹੈ। ਅਗਰ ਅਸੀਂ ਜਨਸੰਖਿਆ ਨੰਬਰ ਦੇ ਵਿੱਚ ਦੇਖੀਏ, ਪਾਪੂਲੇਸ਼ਨ ਦੇ ਅਕੋਰਡਿੰਗ ਦੇਖੀਏ, ਤਾਂ ਚੀਨ ਤੋਂ ਬਾਅਦ ਭਾਰਤ ਦੂਸਰੇ ਸਥਾਨ 'ਤੇ ਆਉਂਦਾ ਹੈ। ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਿਹੜਾ ਹੈ? ਚੀਨ। ਉਸ ਤੋਂ ਅੱਗੇ ਭਾਰਤ। ਯਾਨੀ ਸੰਸਾਰ ਦੇ ਕੁੱਲ ਖੇਤਰਫਲ ਦੇ 2.4% ਖਿੱਤੇ ਵਿੱਚ 17.5% ਜਨਸੰਖਿਆ ਨਿਵਾਸ ਕਰਦੀ ਹੈ। ਹੁਣ ਦੇਖੋ, ਇੱਥੇ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਭਾਰਤ ਦੇ ਕੋਲ ਸੰਸਾਰ ਦਾ ਕੁੱਲ ਕਿੰਨਾ ਖੇਤਰਫਲ ਹੈ ਪ੍ਰਤੀਸ਼ਤ ਦੇ ਵਿੱਚ, ਤਾਂ ਇਹ 2.4% ਖਿੱਤਾ ਬਣਦਾ ਹੈ ਕਿ ਭਾਰਤ ਦੇ ਕੋਲ 2.4% ਖਿੱਤਾ ਪੂਰੇ ਸੰਸਾਰ ਦੇ ਖੇਤਰਫਲ ਦਾ। ਤਾਂ ਉਸ ਦੇ ਵਿੱਚ ਸੰਸਾਰ ਦੀ ਜਨਸੰਖਿਆ ਕਿੰਨੀ % ਨਿਵਾਸ ਕਰਦੀ ਹੈ? 2011 ਦੀ ਜਨਗਣਨਾ ਦੇ ਅਨੁਸਾਰ ਅਸੀਂ ਦੇਖਦੇ ਹਾਂ ਤਾਂ 17.5%। ਇਹ ਬਹੁਤ ਹੀ ਮਹੱਤਵਪੂਰਨ ਜਿਹੜੇ MCQs ਬਣਦੇ ਨੇ। ਖੇਤਰਫਲ 2.4% ਭਾਰਤ ਦਾ ਪੂਰੇ ਵਰਲਡ ਦੇ ਵਿੱਚ, ਅਤੇ ਜਨਸੰਖਿਆ 17.5% ਹੈ ਜਿਹੜੀ ਇੰਡੀਆ ਦੇ ਵਿੱਚ ਨਿਵਾਸ ਕਰਦੀ ਹੈ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਉੱਤਰ ਦੇਸ਼ਾਂ ਵਿੱਚ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਲੜੀ ਇਸ ਨੂੰ ਏਸ਼ੀਆ ਤੋਂ ਵੱਖਰਾ ਭੂ ਭਾਗ ਬਣਾ ਦਿੰਦੀ ਹੈ।
ਦੇਖੋ ਜਿਹੜਾ ਇੰਡੀਆ ਹੈ ਉਹ ਕੀ ਹੈ, ਏਸ਼ੀਆ ਮਹਾਦੀਪ ਦੀ ਇੱਕ ਕੰਟਰੀ ਹੈ। ਪਰ ਅਸੀਂ ਦੇਖਦੇ ਹਾਂ ਕਿ ਭਾਰਤ ਨੂੰ ਉਪ ਮਹਾਦੀਪ ਵੀ ਕਿਹਾ ਜਾਂਦਾ। ਉਪ ਮਹਾਦੀਪ ਕੀ ਹੋ ਗਿਆ ਕਿ ਭਾਰਤ ਖੁਦ, ਅਸੀਂ ਉਸ ਨੂੰ ਉਪ ਮਹਾਦੀਪ ਕਹਿ ਸਕਦੇ ਹਾਂ। ਮਹਾਦੀਪ ਕੀ ਹੁੰਦਾ, ਕਾਫੀ ਜ਼ਿਆਦਾ ਵੱਡਾ ਹੁੰਦਾ ਭੂ ਭਾਗ, ਜਿਵੇਂ ਏਸ਼ੀਆ ਮਹਾਦੀਪ, ਆਸਟ੍ਰੇਲੀਆ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਅਫਰੀਕਾ, ਹੈ ਨਾ, ਇਹ ਮਹਾਦੀਪ ਹਨ, ਅੰਟਾਰਕਟਿਕਾ। ਪਰ ਅਸੀਂ ਭਾਰਤ ਨੂੰ ਉਪ ਮਹਾਦੀਪ ਕਹਿ ਸਕਦੇ ਹਾਂ। ਤਾਂ ਉਪ ਮਹਾਦੀਪ ਕਿਸ ਤਰ੍ਹਾਂ ਕਹਿ ਸਕਦੇ ਹਾਂ, ਕਿਉਂਕਿ ਉੱਤਰੀ ਦੇਸ਼ਾਂ ਵਿੱਚ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਲੜੀ। ਤਾਂ ਭਾਰਤ ਦੇ ਨਾਰਥ ਜੋ ਦਿਸ਼ਾ ਹੈ, ਉੱਤਰ ਦਿਸ਼ਾ ਵਿੱਚ ਸਾਨੂੰ ਕੀ ਮਿਲਦੇ ਨੇ, ਹਿਮਾਲਿਆ ਦੇ ਉੱਚੇ ਉੱਚੇ ਜਿਹੜੇ ਪਰਬਤ ਦੇਖਣ ਨੂੰ ਮਿਲਦੇ ਨੇ, ਜਿਨ੍ਹਾਂ ਕਾਰਨ ਇਹ ਏਸ਼ੀਆ ਨਾਲੋਂ ਇੱਕ ਵੱਖਰਾ ਭੂ ਭਾਗ ਹੈ ਜਿਹੜਾ ਸਾਨੂੰ ਦਿਖਾਈ ਦਿੰਦਾ। ਫਿਰ ਗੰਗਾ ਬ੍ਰਹਮਪੁੱਤਰ ਦੇ ਵਿਸ਼ਾਲ ਉਪਜਾਊ ਮੈਦਾਨ ਇਸ ਨੂੰ ਅਨਾਜ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਗੰਗਾ ਬ੍ਰਹਮਪੁੱਤਰ ਜੋ ਨਦੀਆਂ ਨੇ ਉਹਨਾਂ ਦੇ ਵਿਸ਼ਾਲ ਉਪਜਾਊ ਮੈਦਾਨ ਦੇਖਣ ਨੂੰ ਮਿਲਦੇ ਨੇ, ਜਿੱਥੇ ਅਨਾਜ ਦੀ ਬਹੁਤ ਜ਼ਿਆਦਾ ਪੈਦਾਵਾਰ ਹੁੰਦੀ ਹੈ। ਇਸੇ ਤਰ੍ਹਾਂ ਪ੍ਰਾਦੀਪੀ ਪਠਾਰ ਕੁਦਰਤੀ ਖਣਿਜਾਂ ਦਾ ਭੰਡਾਰ ਹੈ। ਅਗਰ ਅਸੀਂ ਦੱਖਣ ਪਲੇਟੂ ਦੀ ਗੱਲ ਕਰੀਏ, ਪੈਨੀਨਸੂਲਾ ਪਲੇਟੂ ਦੀ ਗੱਲ ਕਰੀਏ, ਤਾਂ ਭਾਰਤ ਦੇ ਜੋ ਸਾਊਥ ਇੰਡੀਆ ਦੇ ਉੱਥੇ ਕੀ ਨੇ, ਸਾਨੂੰ ਕੁਦਰਤੀ ਖਣਿਜਾਂ, ਨੈਚੁਰਲ ਮਿਨਰਲ ਨੇ ਜੋ ਦੇਖਣ ਨੂੰ ਮਿਲਦੇ ਨੇ। ਸੰਸਾਰ ਦੀਆਂ ਵੱਡੀਆਂ ਨਦੀਆਂ ਗੰਗਾ, ਸਤਲੁਜ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਹੈ ਨਾ, ਇਹ ਨਦੀਆਂ ਸਾਰੀਆਂ ਕੀ ਨੇ, ਇੰਡੀਆ ਦੇ ਵਿੱਚ ਵਹਿੰਦੀਆਂ ਨੇ। ਝੀਲਾਂ ਵੀ ਨੇ ਇੱਥੇ, ਅਤੇ 3 ਪਾਸੇ ਸਮੁੰਦਰ ਭਾਰਤ ਨੂੰ ਉਪ ਮਹਾਦੀਪ ਦਾ ਦਰਜਾ ਪ੍ਰਦਾਨ ਕਰਦਾ ਹੈ। ਅਸੀਂ ਦੇਖਦੇ ਹਾਂ ਕਿ ਭਾਰਤ ਜੋ ਸਾਊਥ ਇੰਡੀਆ ਹੈ, ਇਸ ਤਰ੍ਹਾਂ ਹਿੰਦ ਮਹਾਸਾਗਰ 3 ਪਾਸੇ ਭਾਰਤ ਨੂੰ ਘੇਰਦਾ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਭਾਰਤ ਨੂੰ ਅਸੀਂ ਕੀ ਕਹਿ ਸਕਦੇ ਹਾਂ, ਉਪ ਮਹਾਦੀਪ ਕਹਿ ਸਕਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਸੰਸਾਰ ਦੇ 10 ਸਭ ਤੋਂ ਵੱਡੇ ਦੇਸ਼। ਹੁਣ ਖੇਤਰਫਲ ਦੇ ਵਿੱਚ, ਵਰਗ ਕਿਲੋਮੀਟਰ ਦੇ ਵਿੱਚ ਅਸੀਂ ਗੱਲ ਕਰਾਂਗੇ ਸੰਸਾਰ ਦੇ ਸਭ ਤੋਂ ਵੱਡੇ 10 ਦੇਸ਼ ਹਨ, ਅਤੇ ਇਹਦੇ ਵਿੱਚੋਂ ਵੀ ਜਿਹੜੇ ਪ੍ਰਸ਼ਨ ਨੇ ਹਰ ਸਾਲ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾਂ ਖੇਤਰਫਲ ਦੇ ਅਕੋਰਡਿੰਗ ਜੋ ਦੇਸ਼ ਹੈ, ਰੂਸ, ਦੂਸਰੇ ਸਥਾਨ 'ਤੇ ਕੈਨੇਡਾ, ਤੀਸਰੇ ਸਥਾਨ 'ਤੇ ਚੀਨ, ਚੌਥੇ ਸਥਾਨ 'ਤੇ ਸੰਯੁਕਤ ਰਾਜ ਅਮਰੀਕਾ, 5ਵੇਂ 'ਤੇ ਬ੍ਰਾਜ਼ੀਲ, 6ਵੇਂ ਸਥਾਨ 'ਤੇ ਆਸਟ੍ਰੇਲੀਆ, 7ਵੇਂ 'ਤੇ ਭਾਰਤ, 8ਵੇਂ 'ਤੇ ਅਰਜਨਟੀਨਾ, 9ਵੇਂ 'ਤੇ ਕਜ਼ਾਕਿਸਤਾਨ ਅਤੇ 10ਵੇਂ 'ਤੇ ਅਲਜੀਰੀਆ। ਤਾਂ ਇੱਥੇ ਅਸੀਂ ਜਿਸ ਤਰ੍ਹਾਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਗੱਲ ਕਰੀ ਸੀ ਕਿ ਭਾਰਤ ਵਿਸ਼ਵ ਦੇ ਵਿੱਚ ਕਿਹੜਾ ਸਥਾਨ ਰੱਖਦਾ ਹੈ ਖੇਤਰਫਲ ਦੇ ਪੱਖੋਂ, ਤਾਂ ਅਸੀਂ ਪੜ੍ਹਿਆ ਸੀ ਕਿ ਭਾਰਤ ਵਿਸ਼ਵ ਦੇ ਵਿੱਚ 7ਵਾਂ ਸਥਾਨ ਰੱਖਦਾ ਹੈ। ਅਤੇ ਕੁੱਲ ਕਿੰਨਾ ਏਰੀਆ ਵਿਸ਼ਵ ਦਾ, 2.4%। ਤਾਂ ਸਾਈਜ਼ ਦੇ ਵਿੱਚ ਭਾਰਤ 7ਵੇਂ ਸਥਾਨ 'ਤੇ ਰਹਿੰਦਾ ਹੈ ਖੇਤਰਫਲ ਦੇ ਅਕੋਰਡਿੰਗ। ਅਤੇ ਭਾਰਤ ਦਾ ਜੋ ਕੁੱਲ ਖੇਤਰਫਲ ਹੈ ਵਰਗ ਕਿਲੋਮੀਟਰ ਦੇ ਵਿੱਚ, ਉਹ ਬਹੁਤ ਇੰਪੋਰਟੈਂਟ ਹੈ। ਹਰ ਸਾਲ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਨੇ ਪੁੱਛੇ ਜਾਂਦੇ ਨੇ। ਤਾਂ ਇਹ 32,87,263 ਵਰਗ ਕਿਲੋਮੀਟਰ ਬਣਦਾ ਹੈ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਭਾਰਤ ਦਾ ਖੇਤਰਫਲ ਕਿੰਨਾ ਹੈ। ਪਹਿਲਾ ਭਾਰਤ ਦਾ ਵਿਸ਼ਵ ਦੇ ਵਿੱਚ ਕਿਹੜਾ ਰੈਂਕ ਹੈ ਅਕੋਰਡਿੰਗ ਟੂ ਏਰੀਆ, 7ਵਾਂ ਸਥਾਨ ਹੈ। ਅਤੇ ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ, 32,87,263 ਵਰਗ ਕਿਲੋਮੀਟਰ। ਇਹਨੂੰ ਤੁਸੀਂ ਯਾਦ ਕਰ ਲੈਣਾ ਹੈ। ਇਸੇ ਤਰ੍ਹਾਂ ਜੇ ਅਸੀਂ ਅੱਗੇ ਗੱਲ, ਅਸੀਂ ਇੱਥੇ ਵੀ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਥੇ ਪਹਿਲਾ ਹੈ ਜਿਵੇਂ ਰਸੀਆ ਹੋ ਗਿਆ, ਕੈਨੇਡਾ ਹੋ ਗਿਆ, USA ਹੋ ਗਿਆ, ਚਾਈਨਾ ਹੋ ਗਿਆ, ਇੰਡੀਆ, ਇਹ ਸਾਰੀਆਂ ਜਿਹੜੀਆਂ 10 ਕੰਟਰੀਆਂ ਤੁਹਾਨੂੰ ਪਹਿਲਾਂ ਦਿਖਾਈਆਂ ਗਈਆਂ ਸੀ, ਉਹ ਵਰਲਡ ਮੈਪ ਦੇ ਉੱਪਰ ਸ਼ੋਅ ਕੀਤੀਆਂ ਹੋਈਆਂ ਨੇ, ਇਹਨੂੰ ਵੀ ਤੁਸੀਂ ਦੇਖ ਸਕਦੇ ਹੋ। ਇਸ ਤੋਂ ਅੱਗੇ ਹੈ ਸਾਡੇ ਕੋਲ ਮੇਜਰ ਪੁਆਇੰਟ ਜਨਸੰਖਿਆ ਪੱਖੋਂ 10 ਵੱਡੇ ਦੇਸ਼। ਜਨਸੰਖਿਆ ਪੱਖੋਂ 10 ਵੱਡੇ ਦੇਸ਼ ਅਕੋਰਡਿੰਗ ਟੂ ਪਾਪੂਲੇਸ਼ਨ ਸਾਈਜ਼, ਕਿ ਕਿਹੜੇ ਦੇਸ਼ ਦੀ ਪਾਪੂਲੇਸ਼ਨ ਸਭ ਤੋਂ ਜ਼ਿਆਦਾ ਹੈ। ਪਹਿਲੇ 10 ਅਸੀਂ ਕੰਟਰੀਆਂ ਨੂੰ ਅੱਜ ਡਿਸਕਸ ਕਰਾਂਗੇ। 10 ਮੋਸਟ ਪਾਪੂਲੇਟਡ ਕੰਟਰੀਜ਼ ਇਨ ਦਾ ਵਰਲਡ, ਪਾਪੂਲੇਸ਼ਨ ਇਨ ਮਿਲੀਅਨਸ। ਅਤੇ ਜਿਹੜੀ ਇਹ ਪਾਪੂਲੇਸ਼ਨ ਮਿਲੀਅਨਸ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਆ। ਜੂਨ 2017 ਦੇ ਜਿਹੜੇ ਇਹ ਅੰਕੜੇ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਪਹਿਲਾਂ ਅਸੀਂ ਸਮਝਦੇ ਹਾਂ ਕਿ 1 ਮਿਲੀਅਨ
ਜੋ ਪਾਪੂਲੇਸ਼ਨ ਹੁੰਦੀ ਹੈ 1 ਮਿਲੀਅਨ ਦੇ ਵਿੱਚ ਕਿੰਨੇ ਫਿਗਰ ਹੁੰਦੇ ਨੇ 10 ਲੱਖ। ਤਾਂ ਇੱਥੇ ਸਾਨੂੰ ਮਿਲੀਅਨ ਦੇ ਵਿੱਚ ਇਹ ਅੰਕੜੇ ਦਿੱਤੇ ਗਏ ਨੇ, ਅਸੀਂ ਇਸ ਨੂੰ ਕਰੋੜਾਂ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ। ਸਭ ਤੋਂ ਵੱਧ ਪਾਪੂਲੇਸ਼ਨ ਕਿਸ ਦੇਸ਼ ਦੀ ਹੈ? ਚਾਈਨਾ। ਸਭ ਤੋਂ ਪਹਿਲਾ ਨੰਬਰ ਚਾਈਨਾ ਦਾ ਆਉਂਦਾ ਹੈ, ਜਿੱਦਾਂ ਕਿ ਅਸੀਂ ਪਹਿਲਾਂ ਪੜ੍ਹਿਆ ਸੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ। ਤਾਂ ਇੱਥੇ 1388 ਮਿਲੀਅਨ ਜਿਹੜੀ ਪਾਪੂਲੇਸ਼ਨ ਸਾਨੂੰ ਦੇਖਣ ਨੂੰ ਮਿਲਦੀ ਆ। ਜੇਕਰ ਅਸੀਂ ਇਸ ਨੂੰ ਕਰੋੜਾਂ ਦੇ ਵਿੱਚ ਕਨਵਰਟ ਕਰਦੇ ਹਾਂ ਤਾਂ ਇਹ 138.8 ਕਰੋੜ ਪਾਪੂਲੇਸ਼ਨ ਆ ਜਿਹੜੀ ਹੋ ਜਾਂਦੀ ਆ। ਇਸੇ ਤਰ੍ਹਾਂ ਸੈਕਿੰਡ ਨੰਬਰ 'ਤੇ ਜਿੱਦਾਂ ਕਿ ਅਸੀਂ ਪਹਿਲਾਂ ਪੜ੍ਹਿਆ ਸੀ ਕਿ ਭਾਰਤ ਰਹਿੰਦਾ ਹੈ ਚਾਈਨਾ ਤੋਂ ਬਾਅਦ ਪਾਪੂਲੇਸ਼ਨ ਦੇ ਵਿੱਚ। ਤਾਂ ਇਸ ਦਾ ਜੋ ਮਿਲੀਅਨ ਦੇ ਵਿੱਚ ਪਾਪੂਲੇਸ਼ਨ ਆ 2017 ਦੇ ਅੰਕੜਿਆਂ ਦੇ ਅਕੋਰਡਿੰਗ ਤਾਂ 1342 ਮਿਲੀਅਨਸ ਬਣਦੀ ਹੈ। ਤਾਂ ਅਸੀਂ ਇਸ ਨੂੰ ਕਰੋੜਾਂ ਦੇ ਵਿੱਚ ਵੀ 134.2 ਕਰੋੜ ਜਿਹੜੀ ਪਾਪੂਲੇਸ਼ਨ ਆ ਇੰਡੀਆ ਦੀ ਬਣਦੀ ਹੈ। ਇਸੇ ਤਰ੍ਹਾਂ ਥਰਡ ਨੰਬਰ 'ਤੇ ਯੂਨਾਈਟਿਡ ਸਟੇਟਸ ਦੀ ਪਾਪੂਲੇਸ਼ਨ ਹੈ, ਫਿਰ ਇੰਡੋਨੇਸ਼ੀਆ ਦੀ ਹੈ, ਬ੍ਰਾਜ਼ੀਲ ਦੀ ਹੈ, ਪਾਕਿਸਤਾਨ ਦੀ ਹੈ। ਕਾਫੀ ਜ਼ਿਆਦਾ ਪਾਪੂਲੇਸ਼ਨ ਜੋ ਪਾਕਿਸਤਾਨ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਨਾਈਜੀਰੀਆ ਅਫਰੀਕਨ ਕੰਟਰੀ ਹੈ, ਬੰਗਲਾਦੇਸ਼ ਸਾਡਾ ਗਵਾਂਢੀ ਮੁਲਕ ਹੈ, ਰਸੀਆ ਹੈ, ਮੈਕਸੀਕੋ ਹੈ। ਇਹ ਸਾਰੀਆਂ ਕੰਟਰੀ ਕੀ ਨੇ ਅਕੋਰਡਿੰਗ ਟੂ ਪਾਪੂਲੇਸ਼ਨ ਸਾਈਜ਼ ਨੰਬਰ ਦੇ ਵਿੱਚ ਪਹਿਲੇ 10 ਸਥਾਨਾਂ 'ਤੇ ਰਹਿੰਦੀਆਂ ਹਨ। ਸਭ ਤੋਂ ਪਹਿਲਾਂ ਪਾਪੂਲੇਸ਼ਨ ਕਿਹਦੀ ਹੈ? ਸਭ ਤੋਂ ਜ਼ਿਆਦਾ ਚਾਈਨਾ ਦੀ, ਦੂਸਰੇ ਨੰਬਰ 'ਤੇ ਹੈ ਇੰਡੀਆ ਦੀ। ਸੋ ਇਸ ਤਰ੍ਹਾਂ ਦੀ ਜੋ ਫਿਗਰ ਹੈ 1342 ਮਿਲੀਅਨ ਇਸ ਤਰ੍ਹਾਂ ਦੇ ਸਵਾਲ ਪੇਪਰ ਦੇ ਵਿੱਚ ਆ ਜਾਂਦੇ ਹਨ। ਉਸ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਭਾਰਤ ਦੀ ਸਥਿਤੀ, ਲੋਕੇਸ਼ਨ ਆਫ ਇੰਡੀਆ, ਤਾਂ ਇਸ ਦੇ ਵਿੱਚੋਂ ਵੀ ਜਿਹੜੇ ਇੰਪੋਰਟੈਂਟ ਪ੍ਰਸ਼ਨ ਬਣਦੇ ਹਨ। ਤਾਂ ਦੇਖੋ ਭਾਰਤ ਭੂ ਮੱਧ ਰੇਖਾ ਇਕੁਏਟਰ ਤੋਂ 8 ਡਿਗਰੀ 4 ਮਿੰਟ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰੀ ਅਕਸ਼ਾਂਸ਼ਾਂ ਵਿਚਾਲੇ ਸਥਿਤ ਹੈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਪਤਾ ਹੈ ਕਿ ਜੋ ਸਾਡਾ ਗਲੋਬ ਹੈ ਉਸ 'ਤੇ 0 ਡਿਗਰੀ 'ਤੇ ਇੱਕ ਇਕੁਏਟਰ ਹੈ ਅਤੇ 23.5 ਡਿਗਰੀ ਨਾਰਥ ਹੈ, ਟ੍ਰੋਪਿਕ ਆਫ ਕੈਂਸਰ ਹੈ। ਇਸੇ ਤਰ੍ਹਾਂ 23.5 ਡਿਗਰੀ ਸਾਊਥ ਦੇ ਵਿੱਚ ਟ੍ਰੋਪਿਕ ਆਫ ਕੈਪਰੀਕੌਰਨ ਹੈ। ਤਾਂ ਇਕੁਏਟਰ ਤੋਂ ਜੋ ਉੱਪਰ ਏਰੀਆ ਹੈ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਡੀਆ ਦਾ ਲੋਕੇਸ਼ਨ ਅਕਸ਼ਾਂਸ਼ਾਂ ਦੇ ਵਿੱਚ ਲੈਟੀਟਿਊਡ ਦੇ ਵਿੱਚ, ਜਿਸ ਤੋਂ ਸਾਨੂੰ ਲੈਟੀਟਿਊਡ ਤੋਂ ਸਾਨੂੰ ਕੀ ਪਤਾ ਲੱਗਦੀ ਹੈ ਕਿਸੇ ਕੰਟਰੀ ਦੀ ਜੋ ਲੋਕੇਸ਼ਨ ਹੈ ਉਸ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਲੌਂਗੀਟਿਊਡ ਤੋਂ ਦੇਸ਼ਾਂਤਰ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਸਮਾਂ ਪਤਾ ਲੱਗਦਾ ਹੈ। ਤਾਂ ਇੰਡੀਆ ਦਾ ਜੋ ਹੈ 8 ਡਿਗਰੀ 4 ਮਿੰਟ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰ ਅਕਸ਼ਾਂਸ਼ਾਂ ਦੇ ਵਿਚਕਾਰ ਇੰਡੀਆ ਦਾ ਜਿਹੜਾ ਹੈਗਾ ਲੌਂਗੀਟਿਊਡਨਲ ਐਕਸਟੈਂਡ ਹੈ। ਤਾਂ ਮੈਪ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ। ਇੱਥੇ ਦੇਖੋ 8 ਡਿਗਰੀ 4 ਮਿੰਟ, ਤਾਂ ਜਿਹੜੀ ਇਹ ਲਾਈਨ ਬਣਦੀ ਹੈ ਆਹ ਲਾਈਨ ਬਣਦੀ ਹੈ, ਇਮੈਜੀਨੇਸ਼ਨ ਲਾਈਨ ਬਣਦੀ ਹੈ। ਇਹ ਇੱਥੇ ਇੰਡੀਆ ਦੇ ਸਾਊਥ ਵਿੱਚ ਕੰਨਿਆਕੁਮਾਰੀ ਦਾ ਜੋ ਪਾਰਟ ਹੈ ਇਸ ਨੂੰ ਟੱਚ ਕਰਦੀ ਹੈ। ਅਤੇ ਨਾਰਥ ਦੇ ਵਿੱਚ ਜੋ ਕਿਨਾਰਾ ਟੱਚ ਕਰਦਾ ਹੈ 37 ਡਿਗਰੀ 6 ਮਿੰਟ, ਇੱਥੇ ਇਹ 37 ਡਿਗਰੀ 6 ਮਿੰਟ ਹੈ। ਇਸ ਤਰ੍ਹਾਂ ਦੇ ਸਵਾਲ ਵੀ ਜਿਹੜੇ ਹੈਗੇ ਨੇ ਪੁੱਛੇ ਜਾ ਸਕਦੇ ਨੇ ਕਿ ਭਾਰਤ ਦੀ ਅਕਸ਼ਾਂਸ਼ੀ ਜੋ ਐਕਸਟੈਂਡ ਹੈ ਉੱਤਰ ਤੋਂ ਲੈ ਕੇ ਦੱਖਣ ਦੇ ਵਿੱਚ ਉਹ ਕਿੰਨਾ ਹੈ। ਤਾਂ ਇਹ 8 ਡਿਗਰੀ 4 ਮਿੰਟ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰ ਵਿੱਚ ਹੈ। ਤਾਂ ਇੱਥੇ ਕਨਫਿਊਜ਼ਨ ਹੋਣਾ ਬੇਟਾ, ਦੇਖੋ ਇਕੁਏਟਰ ਹੈ ਜੋ 0 ਡਿਗਰੀ 'ਤੇ ਲੰਘਦੀ ਹੈ। ਇਕੁਏਟਰ ਦੇ ਉੱਪਰ ਹੈ ਜਿਹੜਾ ਪਾਰਟ ਅਸੀਂ ਉਸ ਨੂੰ ਨਾਰਥ ਦੇ ਵਿੱਚ ਲੈਂਦੇ ਹਾਂ। ਤਾਂ ਇੰਡੀਆ ਦਾ ਦੇਖੋ ਇੱਥੋਂ 8 ਡਿਗਰੀ 4 ਮਿੰਟ ਨਾਰਥ ਤੋਂ ਲੈ ਕੇ 37 ਡਿਗਰੀ 6 ਮਿੰਟ ਨਾਰਥ ਦੇ ਤੱਕਰ ਬਣਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਦੇਸ਼ਾਂਤਰੀ ਵਿਸਤਾਰ ਕੀ ਹੈ। ਲੌਂਗੀਟਿਊਡਨਲ ਐਕਸਟੈਂਡ ਹੈ ਜੋ ਇੰਡੀਆ ਦੀ ਉਹ 68 ਡਿਗਰੀ 7 ਮਿੰਟ ਪੂਰਬ ਤੋਂ ਲੈ ਕੇ 97 ਡਿਗਰੀ 25 ਮਿੰਟ ਪੂਰਬ ਦੇਸ਼ਾਂਤਰ ਦਰਮਿਆਨ ਹੈ। ਤਾਂ ਇੱਥੇ ਦੇਖੋ ਜਿਹੜੇ ਸਾਨੂੰ ਇੱਥੇ ਦਿਖਦੇ ਨੇ ਆਹ ਲੈਣਾ 68 ਡਿਗਰੀ ਹੋ ਗਈ, ਇਸੇ ਤਰ੍ਹਾਂ 72 ਡਿਗਰੀ ਹੋ ਗਈ, 76 ਡਿਗਰੀ ਹੋ ਗਈ, 80 ਡਿਗਰੀ ਹੋ ਗਈ, 84। ਤਾਂ ਇਹ ਜਿਹੜੇ ਸਾਰੇ
ਇਹ ਇਮੈਜੀਨੇਸ਼ਨ ਲਾਈਨਜ਼ ਨੇ, ਇਹ ਕੀ ਨੇ, ਲੌਂਗੀਟਿਊਡ। ਇਹਨਾਂ ਤੋਂ ਸਾਨੂੰ ਸਮੇਂ ਦੇ ਬਾਰੇ ਪਤਾ ਲੱਗਦਾ ਹੈ। ਤਾਂ ਪੂਰਬ ਦੇ ਵਿੱਚ ਜੋ ਇਸ ਦਾ ਵਿਸਤਾਰ ਹੈ 68 ਡਿਗਰੀ 7 ਮਿੰਟ, 68 ਡਿਗਰੀ 7 ਮਿੰਟ ਪੂਰਬ ਦੇ ਵਿੱਚ ਇੱਥੇ ਹੈ। ਉਸ ਤੋਂ ਬਾਅਦ 97.25 ਡਿਗਰੀ ਪੂਰਬ ਦੇ ਵਿੱਚ ਹੈ ਨਾ। ਅਤੇ ਇਹ ਭਾਰਤ ਦਾ ਕੀ ਆ, ਲੌਂਗੀਟਿਊਡਨਲ ਵਿਸਥਾਰ ਹੈ। ਇਸ ਤਰ੍ਹਾਂ ਦੇ ਵੀ ਜਿਹੜੇ ਪ੍ਰਸ਼ਨ ਨੇ ਇਹ ਪੁੱਛੇ ਜਾਂਦੇ ਨੇ। ਨੈਕਸਟ ਵੀਡੀਓ ਦੇ ਵਿੱਚ ਅਸੀਂ ਭਾਰਤ ਅਕਸ਼ਾਂਸ਼ ਅਤੇ ਦੇਸ਼ਾਂਤਰ ਨੂੰ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਜਿਹੜੇ ਸਾਰੇ ਪੁਆਇੰਟਸ ਨੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ।